ਦੁਹਾਈ ਦਿੰਦੇ ਆ, ਜਿੱਤ ਕਹਿੰਦੇ ਆ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਰਾਜ ਹੈ। ਇਹ ਸੱਚੇ ਪਾਤਸ਼ਾਹ ਜੀ ਨਾਮ ਦੀ ਦੁਹਾਈ ਫੇਰ ਰਹੇ ਆ ਸਿੱਖ। ਸੁਨਤ ਸਿੱਖ ਪਿੱਛੇ ਹਟ ਆਏ। ਤੇ ਇਉਂ ਸਿੱਖ ਜਿਹੜੇ ਸੀ ਨਾ ਫਿਰ ਸੁਣ ਸੁਣ ਕੇ ਪਿੱਛੇ ਹਟ ਆਏ। ਜੇ ਤੁਰਕਾਂ ਨੂੰ ਜਦੋਂ ਮਾਰ ਪਈ ਤੇ ਇਹ ਵੀ ਗੁਰੂ ਸਾਹਿਬ ਦੇ ਨਾਂ ਦੀ ਦੁਹਾਈ ਦਿੰਦੇ ਆ, ਮਹਾਰਾਜ ਦਾ ਵਾਸਤਾ ਜੇ ਨਾ ਮਾਰਿਓ। ਸਿੱਖਾਂ ਨੂੰ ਅੱਗੋਂ ਕਹਿੰਦੇ ਆ ਕਿ ਮਹਾਰਾਜ ਦਾ ਵਾਸਤਾ ਜੇ ਨਾ ਮਾਰਿਓ। ਇਉਂ ਜਦੋਂ ਮਹਾਰਾਜ ਦਾ ਹੀ ਵਾਸਤਾ ਪਾਉਂਦੇ ਆ ਤੇ ਫਿਰ ਸਿੱਖ ਛੱਡ ਦਿੰਦੇ। ਵੇਖੋ ਇੰਨੀ ਦਇਆ ਸਿੱਖਾਂ ਵਿੱਚ ਕਿ ਮਹਾਰਾਜ ਦਾ ਨਾਂ ਲੈਂਦਾ, ਹੁਣ ਭਾਈ ਛੱਡੋ ਨਾ ਮਾਰਿਓ। ਇਉਂ ਮਹਾਰਾਜ ਦੇ ਨਾਮ ਦੀ ਦੁਹਾਈ ਦਿੰਦੇ ਆ ਤੁਰਕ ਅੱਗੋਂ ਕਿ ਨਾ ਮਾਰਿਓ। ਸਿੱਖ ਛੱਡ ਕੇ ਫਿਰ ਪਿੱਛੇ ਨੂੰ ਮੁੜੇ ਆ। ਨਹਿ ਮਾਰਨ ਹਿਤ ਹੱਥ ਉਠਾਏ। ਫਿਰ ਮਾਰਨ ਵਾਸਤੇ ਹੱਥ ਨਹੀਂ ਉਠਾਏ ਸਿੱਖਾਂ ਨੇ ਕਿ ਹੁਣ ਤਾਂ ਭਾਈ ਮਹਾਰਾਜ ਦਾ ਨਾਂ ਦਾ ਵਾਸਤਾ ਪਾਉਂਦੇ ਆ। ਜਹ ਸਤਿਗੁਰ ਡੇਰੋ ਨਿਜ ਡਾਰਾ। ਜਿੱਥੇ ਸਤਿਗੁਰੂ ਜੀ ਨੇ ਆਪਣਾ ਡੇਰਾ ਪਾਇਆ ਏ, ਤਜੇ ਦਾਸ ਤਹ ਰਾਖ ਸੁਧਾਰਾ। ਉਥੇ ਸੇਵਕ ਪਿੱਛੇ ਡੇਰੇ ਦੀ ਸੰਭਾਲ ਵਾਸਤੇ ਵੀ ਛੱਡੇ ਨਾ। ਉਹ ਸਾਰੇ ਫਿਰ ਇਹ ਕਿਉਂਕਿ ਯੁੱਧ ਨੀਤੀ ਹੁੰਦੀ ਹੈ, ਪਿੱਛੋਂ ਬਰੂਦ ਪਹੁੰਚਾਉਣਾ, ਸ਼ਸਤਰ ਪਹੁੰਚਾਉਣੇ, ਮਹਾਰਾਜ ਦੇ ਤੀਰ ਹੋਰ ਲਿਆਉਣੇ ਪਿੱਛੋਂ। ਇਉਂ ਪਿੱਛੇ ਵੀ ਦਾਸ ਸੇਵਕ ਛੱਡੇ ਆ ਡੇਰੇ ਦੇ ਅੰਦਰ, ਜਿੱਥੇ ਮਹਾਰਾਜ ਜੀ ਦਾ ਪੜਾਅ ਪਾਇਆ ਹੈ ਸਾਰੀ ਸੇਵਾ ਸੰਭਾਲ ਵਾਸਤੇ। ਤਿਨਹੁ ਵਿਚਾਰ ਕੀਨ ਮਨ ਮਾਹੀ। ਉਹਨਾਂ ਨੇ ਮਨ ਦੇ ਅੰਦਰ ਫਿਰ ਵਿਚਾਰ ਕਰਨਾ ਕੀਤੀ ਹੈ। ਸਿਮਰ ਭਇਓ ਗੁਰ ਆਗਮ ਨਾਹੀ। ਕਿ ਹਨੇਰਾ ਹੋ ਗਿਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਰਣ ਤੱਤੇ ਚੋਂ ਮੁੜੇ ਨਹੀਂ ਅਜੇ ਤੱਕ। ਕਿਉਂਕਿ ਡੇਰੇ ਵਿੱਚ ਜਿਨ੍ਹਾਂ ਨੂੰ ਜਿੱਥੇ ਸੇਵਾ ਲੱਗੀ ਹੈ, ਹੁਕਮ ਹੈ ਨਾ ਕਿ ਤੁਸੀਂ ਇੱਥੇ ਸੇਵਾ ਕਰੀ ਜਾਣੀ ਹੈ। ਆਪਣੀ ਮਰਜ਼ੀ ਨਾਲ ਕੋਈ ਸੈਨਾ ਵਿੱਚ ਕੋਈ ਕੁਝ ਨਹੀਂ ਕਰ ਸਕਦਾ। ਫੌਜ ਦੀ ਸਾਰੀ ਹੀ ਸਾਧ ਸੰਗਤ ਜੀ ਪ੍ਰਕਿਰਿਆ ਆਮ ਜ਼ਿੰਦਗੀ ਨਾਲੋਂ ਵੱਖਰੀ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਨੇ ਵੀ ਇਹੋ ਜਿਹੇ ਨਿਯਮ ਦਰੜਾਏ ਸੀ, ਜਿੱਥੇ ਜਿਹਨੂੰ ਸੇਵਾ ਦਿੱਤੀ ਹੈ ਜਰਨੈਲ ਦੇ ਹੁਕਮ ਤੋਂ ਬਿਨਾਂ ਉੱਥੋਂ ਹਟ ਨਹੀਂ ਸਕਦਾ ਹੈ, ਚਾਹੇ ਸਿਰ ਵੀ ਕਿਉਂ ਨਾ ਕੱਟਿਆ ਜਾਵੇ। ਇਸ ਕਰਕੇ ਸਿੱਖ ਚਿੰਤਾਤੁਰ ਹੋਣ ਲੱਗ ਪਏ ਕਿ ਹਨੇਰਾ ਪਸਰ ਗਿਆ, ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਪੜਾਅ ਨੂੰ ਪਿੱਛੇ ਕਿਉਂ ਨਹੀਂ ਮੁੜੇ ਅਜੇ ਤੱਕ। ਸੰਧਿਆ ਪਰੀ ਜਾਨ ਤਿਸ ਕਾਲਾ। ਇਸ ਸਮੇਂ ਸੰਧਿਆ ਤੋਂ ਬਾਅਦ ਜਦੋਂ ਹਨੇਰਾ ਪੈ ਗਿਆ ਤਿਸ ਸਮੇਂ ਦੁਐ ਮਸ਼ਾਲ ਚੀ ਜਾਰ ਮਸਾਲਾਂ। ਤੇ ਦੋ ਸਿੱਖ ਫਿਰਨਾ ਮਸ਼ਾਲਾਂ ਨੂੰ ਜਗਾ ਕਰਕੇ ਤੂਰਨ ਹੀਰਨ ਕੀ ਦਿਸ਼ ਆਏ। ਬੜੀ ਛੇਤੀ ਨਾਲ ਰਣ ਤੱਤੇ ਵੱਲ ਨੂੰ ਆ ਗਏ ਮਹਾਰਾਜ ਜੀ ਨੂੰ ਲੱਭਣ ਵਾਸਤੇ। ਖੋਜਨ ਲੱਗੇ ਨਹੀਂ ਗੁਰ ਪਾਏ। ਖੋਜਦੇ ਐ ਮਸ਼ਾਲਾਂ ਦੀ ਲੋ ਨਾਲ, ਪਰ ਸੱਚੇ ਪਾਤਸ਼ਾਹ ਜੀ ਲੱਭ ਨਹੀਂ ਰਹੇ। ਇਹ ਸਿੱਖ ਵੇਖ ਰਹੇ ਆ ਕਿ ਗੁਰੂ ਮਹਾਰਾਜ ਕਿੱਥੇ ਹੋਣਗੇ, ਕਿਉਂਕਿ ਯੁੱਧ ਵੈ ਸਾਧ ਸੰਗਤ ਜੀ। ਸਿੱਖਾਂ ਦਾ ਮਨ ਬੜਾ ਚਿੰਤਾਤਰ ਹੋ ਰਿਹਾ ਹੈ ਕਿ ਮਹਾਰਾਜ ਆਏ ਕਿਉਂ ਨਹੀਂ ਵਾਪਸ। ਤੇ ਬਹੁਤ ਮਸ਼ਾਲਾਂ ਜਗਾ ਕਰਕੇ ਸਿੱਖ ਰਣ ਤੱਤੇ ਵਿੱਚ ਹਜੂਰ ਨੂੰ ਲੱਭਣ ਲੱਗ ਪਏ। ਵਿਧੀ ਚੰਦ ਜੁਗ ਦੇਖ ਮਸਾਲ। ਵਿਧੀ ਚੰਦ ਜੀ ਨੇ ਨਾ ਕਿ ਹੁਣ ਹਨੇਰੇ ਵਿੱਚ ਮਸ਼ਾਲ ਤਾਂ ਦੂਰੋਂ ਦਿਸ ਪੈਂਦੀ ਹੈ ਜਗਦੀ। ਵਿਧੀ ਚੰਦ ਜੀ ਘੋੜੇ ਤੇ ਚੜੇ ਹੋਏ ਆ। ਇਹ ਦੋ ਮਸ਼ਾਲਾਂ ਜਗਦੀਆਂ ਵਿਧੀ ਚੰਦ ਜੀ ਨੇ ਵੇਖੀਆਂ ਤੇ ਬੜੀ ਛੇਤੀ ਨਾਲ ਆਪਣੇ ਘੋੜੇ ਦਾ ਰੁਖ ਉਸ ਪਾਸੇ ਨੂੰ ਕੀਤਾ। ਹੈ ਤਵਾਏ ਆਇਸ ਤਤਕਾਲ ਬੜੀ ਛੇਤੀ ਨਾਲ ਘੋੜੇ ਨੂੰ ਦੜਾਉਂਦੇ ਹੋਏ ਵਿਧੀ ਚੰਦ ਜੀ ਜਗਦੀਆਂ ਮਸ਼ਾਲਾਂ ਕੋਲ ਆ ਗਏ। ਗੁਰ ਸੁਧ ਬੂਝਤੇ ਆਪ ਸਮਾਹੀ। ਆਪਸ ਦੇ ਵਿੱਚ ਵਿਧੀ ਚੰਦ ਜੀ ਨੇ ਪੁੱਛਿਆ ਉਹਨਾਂ ਸਿੱਖਾਂ ਨੂੰ ਕਿ ਭਾਈ ਤੁਸੀਂ ਕਿੱਧਰ ਬਾਹਰ ਫਿਰ ਰਹੇ ਹੋ ਮਸ਼ਾਲਾਂ ਲੈ ਕੇ। ਤੇ ਉਹ ਕਹਿੰਦੇ ਆ ਕਿ ਮਹਾਰਾਜ ਨੂੰ ਲੱਭ ਰਹੇ ਆ। ਵਿਧੀ ਚੰਦ ਜੀ ਨੇ ਪੁੱਛਿਆ ਗੁਰੂ ਮਹਾਰਾਜ ਕਿੱਥੇ ਆ। ਸਿੱਖ ਕਹਿੰਦੇ ਸਾਨੂੰ ਪਤਾ ਨਹੀਂ। ਆਪਸ ਦੇ ਵਿੱਚ ਹਜੂਰ ਦੀ ਖਬਰ ਪੁੱਛਦੇ ਆ। ਸਕਲ ਕਹਿਤ ਦੇਖੇ ਹਮ ਨਾਹੀ। ਸਾਰੇ ਹੀ ਸਿੱਖ ਕਹਿੰਦੇ ਆ ਕਿ ਕਿਉਂਕਿ ਇਹ ਤਾਂ ਪੜਾਅ ਤੋਂ ਆਏ ਆ ਨਾ, ਇਹ ਕਹਿੰਦੇ ਸਾਰੇ ਸਿੱਖ ਕਹਿ ਰਹੇ ਆ ਵਿਧੀ ਚੰਦ ਜੀ ਕਿ ਅਸੀਂ ਮਹਾਰਾਜ ਜੀ ਨੂੰ ਨਹੀਂ ਵੇਖਿਆ। ਚਿੰਤਾ ਅਧਿਕ ਸਭਨ ਤੇ ਹੋਈ। ਸਾਰਿਆਂ ਦੇ ਮਨ ਵਿੱਚ ਬੜੀ ਚਿੰਤਾ ਹੋਈ ਕਿ ਕੀ ਹੋਇਆ ਹੋਵੇਗਾ, ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੀ ਨਹੀਂ ਵਾਪਸ। ਤੇ ਇਉਂ ਸਾਰਿਆਂ ਦਾ ਮਨ ਬੜਾ ਚਿੰਤਾ ਦੇ ਸਹਿਤ ਹੋ ਗਿਆ। ਖਬਰੇ ਕਿਉਂਕਿ ਕਈ ਪ੍ਰਕਾਰ ਦੇ ਫੁਰਨੇ ਆਉਣ ਲੱਗ ਪਏ। ਮਹਾਰਾਜ ਜੀ ਦੇ ਕੋਈ ਸੱਟ ਵੱਜੀ, ਕੋਈ ਗੋਲੀ ਵੱਜੀ, ਕਿਵੇਂ ਹੋਇਆ, ਮਹਾਰਾਜ ਪਰਤੇ ਕਿਉਂ ਨਹੀਂ। ਇਸ ਤਰ੍ਹਾਂ ਮਨ ਦੇ ਅੰਦਰ ਬੜੇ ਫੁਰਨੇ ਉੱਠਣ ਲੱਗ ਪਏ। ਭੋਜਨ ਲੱਗੇ ਖੇਤ ਸਭ ਕੋਈ। ਹਰ ਕੋਈ ਸਿੱਖ ਫਿਰ ਨਾ ਮੈਦਾਨੇ ਜੰਗ ਦੇ ਅੰਦਰ ਹਜ਼ੂਰ ਨੂੰ ਖੋਜਣ ਲੱਗ ਪਏ। ਸਿੱਖ ਬੜੇ ਚਿੰਤਾ ਦੇ ਸਹਿਤ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੱਭਣ ਲੱਗ ਪਏ ਐ। ਸਿੱਖ ਚਿੰਤਾ ਦੇ ਸਹਿਤ ਨੇ, ਪਰ ਜਿਹੜੇ ਸਾਧ ਸੰਗਤ ਜੀ ਗਿਆਨਵਾਨ ਸਿੱਖ ਹੈ ਨਾ, ਜਿਨ੍ਹਾਂ ਨੂੰ ਮਹਾਰਾਜ ਨੇ ਬ੍ਰਹਮ ਗਿਆਨ ਬਿਰਤੀ ਅਰੂੜ ਕੀਤਾ ਹੋਇਆ, ਵਿਧੀ ਚੰਦ ਜੀ ਆਦਿਕ, ਉਹ ਜਾਣਦੇ ਆ ਕਿ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ
ਕੋਈ ਗੋਲੀ ਨਹੀਂ ਵੱਜ ਸਕਦੀ ਜੇ ਮਹਾਰਾਜ ਨਾ ਚਾਹਣ ਤਾਂ। ਇਹ ਤਾਂ ਮਹਾਰਾਜ ਦੀ ਲੀਲਾ ਹੈ, ਪਰ ਫਿਰ ਵੀ ਸਤਿਗੁਰੂ ਜੀ ਨਾਲ ਪਿਆਰ ਇੰਨਾ ਹੈ ਕਿ ਮਹਾਰਾਜ ਨੂੰ ਬੜੀ ਬੇਬਲਤਾ ਨਾਲ ਸਿੱਖ ਲੱਭਣ ਲੱਗ ਪਏ ਆ। ਇਤ ਉਤਮ ਹੈ ਵਿਚਰਤ ਅਸਵਾਰ। ਇਧਰ ਉਧਰ ਘੋੜ ਸਵਾਰ ਵੀ ਬਿਧੀ ਚੰਦ ਜੀ ਨੇ ਸਿੱਖਾਂ ਨੂੰ ਕਿਹਾ, ਘੋੜਿਆਂ ਤੇ ਅਸਵਾਰ ਹੋ ਕੇ ਇਧਰ ਉਧਰ ਸਿੱਖ ਜਿਹੜੇ ਸੀ ਰਣ ਤੱਤੇ ਵਿੱਚ ਵਿਚਰਨ ਲੱਗ ਪਏ, ਲੱਭਣ ਲੱਗ ਪਏ ਮਹਾਰਾਜ ਜੀ ਨੂੰ। ਕਹਾਂ ਗੁਰੂ ਜੀ ਕਰਤ ਪੁਕਾਰ। ਇਉਂ ਸਿੱਖ ਉੱਚੀ ਉੱਚੀ ਪੁਕਾਰ ਕਰਨ ਲੱਗ ਪਏ ਕਿ ਮਹਾਰਾਜ ਆਪ ਕਿੱਥੇ ਹੋ? ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕਿੱਥੇ ਹੋ? ਇਉਂ ਉੱਚੀ ਉੱਚੀ ਸਿੱਖ ਮਹਾਰਾਜ ਜੀ ਦਾ ਨਾਂ ਲੈ ਕੇ ਆਵਾਜ਼ ਕਰਨ ਲੱਗ ਪਏ। ਸਭ ਕੈ ਮਨ ਸੰਦੇਹ ਵਧੇਰਾ। ਸਾਰਿਆਂ ਦੇ ਮਨ ਦੇ ਅੰਦਰ ਬੜਾ ਫਿਰ ਸੰਦੇਹ ਹੋ ਆਇਆ ਜਦੋਂ ਅੱਗੋਂ ਆਵਾਜ਼ ਨਹੀਂ ਆ ਰਹੀ ਕੋਈ। ਬੜਾ ਸਭ ਦੇ ਮਨ ਦੇ ਅੰਦਰ ਸ਼ੰਕਾ ਹੋ ਆਇਆ। ਗੁਰੂ ਨਹੀਂ ਹੇਰੇ ਇਸ ਬੇਰਾ। ਕਿ ਇਸ ਵੇਲੇ ਮਹਾਰਾਜ ਕਿਉਂ ਨਹੀਂ ਲੱਭ ਰਹੇ? ਸਤਿਗੁਰੂ ਜੀ ਕਿੱਥੇ ਹੋਣਗੇ? ਇਉਂ ਸਾਰੇ ਸਿੱਖ ਬਹੁਤ ਜ਼ਿਆਦਾ ਸ਼ੰਕਾ ਕਰਨ ਲੱਗ ਪਏ। ਖੋਜਤ ਪਰੀ ਲੋਥ ਸਮੁਦਾਏ। ਜਦੋਂ ਖੋਜ ਰਹੇ ਐ, ਵੇਖ ਰਹੇ ਐ ਤੇ ਕੀ ਦਿਸ ਰਿਹਾ ਕਿ ਬਹੁਤ ਲੋਥਾਂ ਹੀ ਲੋਥਾਂ ਪਈਆਂ ਹੋਈਆਂ, ਢੇਰ ਹੀ ਢੇਰ ਲੱਗੇ ਪਏ ਆ ਲੋਥਾਂ ਦੇ। ਵਸਰਿਓ ਸ਼੍ਰੋਣਤ ਪਗ ਫਿਸਲਾਏ। ਇੰਨਾ ਲਹੂ ਜ਼ਿਆਦਾ ਖਿਲਰ ਗਿਆ ਹੈ ਕਿ ਲੱਭਦਿਆਂ ਹੋਇਆਂ ਦਾ ਪੈਰ ਫਿਸਲ ਜਾਂਦਾ ਹੈ, ਤਿਲਕ ਜਾਂਦੇ ਆ ਸਿੱਖ, ਤਿਲਕ ਕੇ ਡਿੱਗ ਜਾਂਦੇ ਆ। ਇੰਨਾ ਲਹੂ ਮਿੱਝ ਦਾ ਗਾਰਾ ਹੋ ਗਿਆ ਉਸ ਧਰਤੀ ਤੇ, ਉਸ ਥਾਂ ਤੇ। ਦਾਰੁਣ ਜੰਗ ਭੂਮਿਕਾ ਭਾਰੀ। ਬਹੁਤ ਉਹ ਭੂਮਿਕਾ ਧਰਤੀ ਸੀ ਨਾ ਜਿਹੜੀ ਭਿਆਨਕ ਹੋ ਗਈ। ਇਹੋ ਜਿਹਾ ਘਮਾਸਾਨ ਦਾ ਯੁੱਧ ਹੋਇਆ ਕਿ ਧਰਤੀ ਹੀ ਬਹੁਤ ਭਿਆਨਕ ਬਣ ਗਈ ਹੈ। ਮਰੇ ਪਰੇ ਪਟ ਹਾਇਨ ਹਜ਼ਾਰੀ। ਤੇ ਹਜ਼ਾਰ ਹਾ ਭੱਟ ਸੂਰਮੇ ਮਰੇ ਪਏ ਐ, ਹਜ਼ਾਰ ਹਾ ਘੋੜੇ ਮਰੇ ਪਏ ਐ। ਰਲੇ ਮਿਲੇ ਸਿੱਖ ਤੁਰਕ ਕਨੇਰੇ। ਬਹੁਤ ਤੁਰਕਾਂ ਦੀਆਂ ਲੋਥਾਂ ਦੇ ਢੇਰ ਲੱਗੇ ਪਏ ਐ। ਉਸੇ ਹੀ ਰਣ ਤੱਤੇ ਵਿੱਚ ਮਹਾਰਾਜ ਜੀ ਦੇ ਸਿੱਖ ਵੀ ਸ਼ਹੀਦ ਹੋਏ ਪਏ ਐ, ਕਿਉਂਕਿ ਦੂ ਬਦੂ ਲੜਾਈ ਦੇ ਅੰਦਰ ਗੋਲੀਆਂ ਮੀਂਹ ਵਾਂਗ ਵਰਦੀਆਂ, ਸਰ ਸਰ ਕਰਦੇ ਤੀਰ ਚੱਲਦੇ ਐ। ਧੰਨ ਹਨ ਉਹ ਸਿੱਖ ਜਿਨ੍ਹਾਂ ਨੇ ਮਹਾਰਾਜ ਵਾਸਤੇ ਲੜਦਿਆਂ ਆਪਣੀ ਛਾਤੀ ਵਿੱਚ ਗੋਲੀਆਂ ਖਾਧੀਆਂ, ਪੁਰਸ਼ਾਰਥ ਕੀਤਾ ਧਰਮ ਵਾਸਤੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਕਰਦਿਆਂ ਤੀਰਾਂ ਦੇ ਵਾਰ ਸਹਾਰਦੇ, ਇੱਕ ਦੂਜੇ ਦੇ ਮਾਰਦੇ ਤੇ ਆਪਣੇ ਮੂੰਹ ਤੇ ਖਾਂਦੇ ਮਰਦਾਂ ਵਾਂਗ ਮੈਦਾਨੇ ਜੰਗ ਵਿੱਚ ਸ਼ਹੀਦ ਹੋਏ। ਉਹ ਸਿੱਖਾਂ ਦੇ ਸਰੀਰ ਵੀ ਉੱਥੇ ਪਏ ਆ। ਜਦੋਂ ਮਸ਼ਾਲਾਂ ਨਾਲ ਮਹਾਰਾਜ ਸਾਹਿਬ ਜੀ ਨੂੰ ਵੇਖਦੇ, ਲੱਭਦੇ ਫਿਰਦੇ, ਕੋਈ ਤਿਲਕਦਾ, ਕੋਈ ਡਿੱਗ ਜਾਂਦਾ, ਲਹੂ ਮਿੱਝ ਖਿਲਰਿਆ ਪਿਆ ਏ। ਇਤੇ ਉਤ ਵਿਚਰਤ ਭੇ ਸਭ ਹੀਰੇ। ਇੱਧਰ ਉੱਧਰ ਵਿਚਰ ਰਹੇ ਐ ਤੇ ਸਾਰੇ ਵੇਖ ਰਹੇ ਆ ਮਹਾਰਾਜ ਜੀ ਨੂੰ ਲੱਭਦੇ ਹੋਏ। ਰਹੇ ਮਸਾਲਨ ਕੀਰ ਪ੍ਰਕਾਸ਼। ਬਹੁਤੀਆਂ ਮਸ਼ਾਲਾਂ ਸਿੱਖਾਂ ਨੇ ਫਿਰ ਜਗਾਈਆਂ ਤੇ ਮਸ਼ਾਲਾਂ ਦਾ ਪ੍ਰਕਾਸ਼ ਕਰਕੇ ਵੇਖਣ ਲੱਗੇ। ਇਸ ਬਿਦ ਗਏ ਗੁਰੂ ਕੇ ਪਾਸ। ਇਉਂ ਲੱਭਦੇ ਲੱਭਦੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੋਲ ਫਿਰ ਚਲੇ ਹੀ ਗਏ, ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਗਰੀਬ ਨਵਾਜ। ਅਬਦੁਲ ਖਾਨ ਮਾਰ ਟਿਕ ਫਿਰੇ। ਕੀ ਵੇਖਿਆ ਸਿੱਖਾਂ ਨੇ ਕਿ ਅਬਦੁਲ ਖਾਨ ਦਾ ਸਿਰ ਲਾਇਆ ਪਿਆ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ। ਅਬਦੁਲ ਖਾਨ ਦਾ ਸਿਰ ਲੱਥਾ ਪਿਆ ਏ। ਨਿਕਟ ਅਪਰ ਮਾਰੇ ਬਹੁ ਪਰੇ। ਹੋਰ ਬਹੁਤ ਸਾਰੇ ਜਿਹੜੇ ਨਾ ਸ਼ਰੀਰ ਤੁਰਕਾਂ ਦੇ ਲਾਗੇ ਪਏ ਐ, ਲੋਥਾਂ ਪਈਆਂ ਨੇ ਜਿੱਥੇ ਵਿਚਕਾਰ ਮਹਾਰਾਜ ਜੀ ਬੈਠੇ ਹੋਏ ਐ। ਆਲੇ ਦੁਆਲੇ ਲੋਥਾਂ ਦੇ ਢੇਰ ਹੀ ਲੱਗੇ ਪਏ ਆ ਜਿੱਥੇ ਹਜੂਰ ਬੈਠੇ ਹਨ। ਸੰਗਰ ਘਾਏ ਕਨੇ ਲਗ ਘੂਰ। ਤੇ ਸਿੱਖਾਂ ਨੇ ਵੇਖਿਆ ਏਡਾ ਘੋਰ ਘਮਾਸਾਨ ਯੁੱਧ ਹੋਇਆ ਹੈ। ਵੇਖੋ ਮਹਾਰਾਜ ਦੇ ਆਲੇ ਦੁਆਲੇ ਤੁਰਕੀ ਤੁਰਕ ਲੋਥਾਂ ਹੀ ਲੋਥਾਂ ਪਈਆਂ ਨੇ। ਸੋਪੀ ਮਰਿਓ ਖੇਤ ਰਣ ਘੋਰੇ। ਤੇ ਇਉਂ ਸਾਧ ਸੰਗਤ ਜੀ ਬਹੁਤਾ ਜ਼ਿਆਦਾ ਘੋਰ ਜੰਗ ਦੇ ਅੰਦਰ ਘੋੜਿਆਂ ਦੇ ਸਮੇਤ ਮਾਰੇ ਗਏ ਆ ਸਾਰੇ ਹੀ। ਫਿਰ ਇਕਾਕੀ ਵੀਰ ਵਿਸਾਲਾ। ਤੇ ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਬਲੀ ਬਹਾਦਰ ਸਤਿਗੁਰੂ ਜੀ ਇਕਾਂਤ ਵਿੱਚ ਗਰੀਬ ਨਵਾਜ ਸਤਿਗੁਰੂ ਜੀ ਇਕੱਲੇ ਬੈਠੇ ਆ। ਕਰੇ ਬਿਲੋਕਨ ਗੁਰ ਜਿਸ ਕਾਲਾ। ਜਿਸ ਸਮੇਂ ਸਤਿਗੁਰੂ ਜੀ ਨੂੰ ਬੈਠਿਆਂ ਹੋਇਆਂ ਸਿੱਖਾਂ ਨੇ ਵੇਖਿਆ ਏ, ਭਏ ਪ੍ਰਫੁੱਲਿਤ ਪਾਇਨ ਪਰੇ। ਮਹਾਰਾਜ ਜੀ ਦਾ ਦਰਸ਼ਨ ਕਰਦਿਆਂ ਹੀ ਨੈਣ ਸਾਰਿਆਂ ਦੇ ਖਿੜ ਗਏ, ਅੱਖਾਂ ਖਿੜ ਗਈਆਂ, ਹਿਰਦੇ ਖੁਸ਼ ਹੋ ਗਏ ਮਹਾਰਾਜ ਵੱਲ ਵੇਖ ਕਰਕੇ। ਸਭ ਸਿੱਖ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਵੇਖ ਕੇ ਹਜੂਰ ਦਾ ਦਰਸ਼ਨ ਕਰਕੇ ਮਹਾਰਾਜ ਜੀ ਦੇ ਚਰਨੀ ਪੈ ਗਏ। ਹੀਰ ਹੀਰ ਸਭ ਧੀਰਜ ਧਰੇ। ਵੇਖ ਵੇਖ ਕੇ ਮਹਾਰਾਜ ਜੀ ਵੱਲ ਸਭ ਨੇ ਧੀਰਜ ਕੀਤੀ, ਮਨ ਠਹਿਰ ਗਿਆ, ਕਿਉਂਕਿ ਕਈ ਪ੍ਰਕਾਰ ਦੇ ਫੁਰਨੇ ਆ ਰਹੇ ਸੀ। ਮਹਾਰਾਜ ਸ਼ਹੀਦ ਹੋ ਗਏ, ਸੱਚੇ ਪਾਤਸ਼ਾਹ ਕਿਉਂ ਨਹੀਂ ਲੱਭਦੇ? ਕਿੱਥੇ ਹੋਣਗੇ ਮਹਾਰਾਜ?
ਕਈ ਪ੍ਰਕਾਰ ਦੇ ਫੁਰਨੇ ਮਨ ਵਿੱਚ ਆਈ ਜਾਂਦੇ ਸੀ। ਮਹਾਰਾਜ ਵੱਲ ਵੇਖ ਕੇ ਸਭ ਦਾ ਮਨ ਧੀਰਜ ਵਿੱਚ ਆ ਗਿਆ, ਠਹਿਰ ਗਿਆ ਮਨ ਸਭ ਦਾ ਮਹਾਰਾਜ ਦਾ ਦਰਸ਼ਨ ਕਰਕੇ। ਵਿਧੀ ਚੰਦ ਕਰ ਜੂਰ ਬਖਾਨਾ। ਵਿਧੀ ਚੰਦ ਜੀ ਅੱਗੇ ਹੋਏ, ਮਹਾਰਾਜ ਜੀ ਨੂੰ ਵੇਖੋ ਬੇਨਤੀ ਵੀ ਕਰਨ ਵਾਸਤੇ ਸਿੱਖਾਂ ਦਾ ਹੀਆ ਨਾ ਸੀ ਪੈਂਦਾ, ਮੁਖੀ ਸਿੱਖ ਹੀ ਮਹਾਰਾਜ ਨੂੰ ਬੇਨਤੀ ਕਰਿਆ ਕਰਦੇ। ਵਿਧੀ ਚੰਦ ਜੀ ਅੱਗੇ ਹੋਏ, ਹਜੂਰ ਚੁੱਪ ਆਪਣੇ ਮੌਜ ਵਿੱਚ ਬੈਠੇ ਐ। ਗਰੀਬ ਨਵਾਜ ਸਤਿਗੁਰੂ ਦੇ ਚਰਨਾਂ ਵਿੱਚ ਹੱਥ ਜੋੜ ਕੇ ਵਿਧੀ ਚੰਦ ਜੀ ਨੇ ਬੇਨਤੀ ਕੀਤੀ, ਕਿਮ ਥਿਰ ਰਹੇ ਪ੍ਰਭੂ ਪ੍ਰਾਣ ਠਾਨਾ। ਮਹਾਰਾਜ ਆਪ ਇੱਥੇ ਕਿਉਂ ਬੈਠ ਰਹੇ ਹੋ ਸੱਚੇ ਪਾਤਸ਼ਾਹ ਜੀ? ਕੀ ਕਾਰਨ ਹੋਇਆ? ਯੁੱਧ ਕਿਵੇਂ ਹੋਇਆ? ਸੱਚੇ ਪਾਤਸ਼ਾਹ ਆਪ ਕਿਰਪਾ ਕਰੋ ਦੱਸੋ। ਇੱਥੇ ਮਹਾਰਾਜ ਇਕਾਂਤ ਆਪ ਕਿਉਂ ਬੈਠੇ ਹੋ? ਦਾਸ ਨਾ ਪਾਸ ਇਕਾਕੀ ਹੋ। ਮਹਾਰਾਜ ਕੋਈ ਦਾਸ ਸੇਵਕ ਨਹੀਂ ਕੋਲ, ਇਕੱਲੇ ਹੀ ਆਪ ਸੱਚੇ ਪਾਤਸ਼ਾਹ ਜੀ ਇੱਥੇ ਬੈਠ ਰਹੇ ਹੋ। ਕਹੋ ਪ੍ਰਭੂ ਅਬ ਕਿਆ ਚਿਤ ਚਹੋ। ਮਹਾਰਾਜ ਦੱਸੋ ਆਪ ਜੀ ਦੀ ਹੁਣ ਕੀ ਇੱਛਾ ਹੈ? ਗਰੀਬ ਨਵਾਜ ਜਿਵੇਂ ਆਪ ਦਾ ਹੁਕਮ ਹੋਵੇ ਅਸੀਂ ਉਵੇਂ ਕਰੀਏ। ਮਹਾਰਾਜ ਸਾਨੂੰ ਆਗਿਆ ਦਿਓ ਜੀ। ਸੁਨ ਸ੍ਰੀ ਹਰਿ ਗੋਬਿੰਦ ਉਚਾਰਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦਾ ਚਿੱਤ ਉਦਾਸ ਹੋਣਾ ਮੀ ਸਾਧ ਸੰਗਤ ਜੀ ਤੇ ਇਕੱਲਿਆਂ ਬੈਠ ਜਾਣਾ, ਕਿਉਂਕਿ ਮਹਾਰਾਜ ਮਨੁੱਖਾ ਖੂਨ ਨਹੀਂ ਡੋਲਣਾ ਚਾਹੁੰਦੇ ਸੱਚੇ ਪਾਤਸ਼ਾਹ ਜੀ। ਗਰੀਬ ਨਵਾਜ ਦਾ ਇਹ ਧਰਮ ਹੈ। ਮਹਾਰਾਜ ਸੱਚੇ ਪਾਤਸ਼ਾਹ ਤਾਂ ਕੀੜੀ ਤੇ ਦਇਆ ਕਰਦੇ ਆ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੇ ਜੀਵਨ ਪੜ੍ਹੀਏ ਤੇ ਹਜੂਰ ਤਾਂ ਫੁੱਲ ਦੇ ਟੁੱਟਣ ਨਾਲ ਇੰਨਾ ਦਿਲ ਦੁਖਦਾ ਹੈ ਕਿ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਨੂੰ ਕਹਿੰਦੇ, ਭਾਈ ਪੁਰਖਾ ਚੋਲਾ ਸਾਂਭ ਕੇ ਚੱਲਿਆ ਕਰੋ ਜੇ ਏਡਾ ਵੱਡਾ ਚੋਲਾ ਪਾਉਣਾ ਤਾਂ। ਏਡੀ ਦਇਆ ਹੈ ਗੁਰੂ ਮਹਾਰਾਜ ਜੀ ਦੇ ਅੰਦਰ। ਪਰ ਜਿਹੜਾ ਸਾਧ ਸੰਗਤ ਜੀ ਹੁਣ ਚੜ ਕੇ ਹੀ ਆ ਜਾਵੇ, ਸੀਸ ਨੂੰ ਹੱਥ ਪਾ ਲਵੇ, ਦਸਤਾਰ ਨੂੰ ਹੱਥ ਪਾ ਲਵੇ, ਅਣਖ ਤੇ ਗੈਰਤ ਨੂੰ ਰੋਲਣਾ ਚਾਹਵੇ, ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼ਸਤਰ ਵੀ ਪਾਏ ਹੋਏ ਐ। ਤੇ ਜਿਹੋ ਜਿਹਾ ਸਾਡਾ ਇਤਿਹਾਸ ਕਹਿੰਦਾ ਨਾ, ਸਾਡੀ ਕੌਮ ਸਦਾ ਲਈ ਇਸ ਇਤਿਹਾਸ ਨੂੰ ਸਰਜੀਤ ਰੱਖਦੀ ਆਈ ਹੈ ਤੇ ਅੱਗੇ ਨੂੰ ਵੀ ਰੱਖਦੀ ਰਹੇਗੀ। ਇਹਦੇ ਤੇ ਬਾਜਾਂ ਵਾਲੇ ਸਤਿਗੁਰੂ ਦੀ ਕਿਰਪਾ ਹੈ। ਸੱਚੇ ਪਾਤਸ਼ਾਹ ਦਾ ਮਨ ਉਪਰਾਮ ਹੈ ਕਿ ਕਾਹਨੂੰ ਇਹਨਾਂ ਨੇ ਚੜ ਕੇ ਆਉਣਾ ਸੀ ਤੇ ਸਾਡੇ ਹੱਥੋਂ ਨਾ ਮਾਰੇ ਜਾਂਦੇ, ਪਰ ਇਹ ਚੜ ਕੇ ਆਏ ਐ, ਮਹਾਰਾਜ ਦੇ ਹੱਥੋਂ ਮਾਰੇ ਗਏ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ, ਕਿਉਂਕਿ ਸਾਧ ਸੰਗਤ ਜੀ ਜਿਹੜੀ ਫੌਜ ਹੁੰਦੀ ਹੈ ਨਾ, ਸਿਪਾਹੀ ਦਾ ਕੀ ਕਸੂਰ ਹੁੰਦਾ ਹੈ? ਕੋਈ ਕਸੂਰ ਨਹੀਂ ਹੁੰਦਾ। ਅਬਦੁਲ ਖਾਨ ਦੇ ਕੋਲੋਂ ਤਾਂ ਤਨਖਾਹਾਂ ਹੀ ਲੈ ਕੇ ਆਪਣੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦੇ ਹੋਣਗੇ ਨਾ। ਇਸ ਕਰਕੇ ਮਹਾਰਾਜ ਦਇਆ ਕਰਦੇ ਆ ਸਭ ਦੇ ਉੱਤੇ ਸੱਚੇ ਪਾਤਸ਼ਾਹ, ਤੇ ਮਹਾਰਾਜ ਹਰ ਹੀਲੇ ਯਤਨ ਕਰਦੇ ਆ ਕਿ ਯੁੱਧ ਟਲੇ, ਯੁੱਧ ਨਾ ਹੋਵੇ। ਪਰ ਜਦੋਂ ਸਾਰੇ ਹੀ ਰਾਹ ਬੰਦ ਹੋ ਜਾਣ ਤੇ ਫਿਰ ਮਹਾਰਾਜ ਕਹਿੰਦੇ, ਭਾਈ ਸਾਡਾ ਯੁੱਧ ਕਰਨਾ ਮਜਬੂਰੀ ਹੈ, ਸਾਡਾ ਇਹ ਸ਼ੌਂਕ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਾਰਨਾ ਚਾਹੁੰਦੇ ਆ ਜਾਂ ਕਿਸੇ ਪ੍ਰਕਾਰ ਅਸੀਂ ਮਨੁੱਖਾ ਖੂਨ ਡੋਲਣਾ ਚਾਹੁੰਦੇ ਆ। ਨਹੀਂ, ਸਾਡੀ ਫਿਰ ਮਜਬੂਰੀ ਬਣ ਜਾਂਦੀ ਹੈ ਜਦੋਂ ਸਾਡੇ ਕੋਈ ਚੜ ਕੇ ਆ ਜਾਵੇ, ਫਿਰ ਅਸੀਂ ਬੇਬਸ ਹੋਏ ਉਹਦਾ ਸਿਰ ਲਾਉਂਦੇ ਆ। ਸਾਡਾ ਹੋਰ ਕੋਈ ਵਸ ਨਹੀਂ ਚੱਲਦਾ ਹੈ। ਤੇ ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਿਆ ਕਿ ਭਾਈ ਸਾਰੇ ਦਾ ਵਰਤਣੇ ਚਾਹੀਦੇ ਆ, ਪਰ ਜਦੋਂ ਸਾਰੇ ਰਾਹ ਬੰਦ ਹੋ ਜਾਣ ਫਿਰ ਸ਼ਸਤਰ ਚੁੱਕ ਲੈਣਾ ਧਰਮ ਹੈ। ਸ਼ਸਤਰ ਦੇ ਨਾਲ ਹੀ ਸ਼ਾਂਤੀ ਬਹਾਲ ਹੁੰਦੀ ਹੈ। ਫਿਰ ਐਡਾ ਰੌਲਾ ਪੈਂਦਾ ਸੀ, ਯੁੱਧ ਹੋਇਆ, ਕਿਵੇਂ ਸ਼ਾਂਤੀ ਹੋ ਗਈ ਨਾ। ਸਾਰਾ ਦੇਸ਼ ਹੀ ਸਤਿਗੁਰੂ ਜੀ ਤੋਂ ਭੈ ਕਰਨ ਲੱਗਾ ਸੀ, ਡਰਨ ਲੱਗਾ ਸੀ। ਕਿੱਥੇ ਸਿੱਖ ਸਹਿਮ ਗਏ ਸੀ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਜਦੋਂ ਸ਼ਹਾਦਤ ਹੋਈ, ਸਿੱਖ ਡਰ ਗਏ ਸੀ, ਕਿਉਂਕਿ ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਧਾਰਨ ਵਿਅਕਤੀ ਨਹੀਂ ਸਨ। ਮਹਾਰਾਜ ਸਿੱਖਾਂ ਦੇ ਇਸ਼ਟ ਦੇਵ ਨੇ। ਗੁਰੂ ਅਰਜਨ ਸਾਹਿਬ ਜੀ ਗੁਰਿਆਈ ਦੇ ਮਾਲਕ ਹਨ, ਜਿਨ੍ਹਾਂ ਨੂੰ ਯਾਸਾ ਦੀਆਂ ਸਜ਼ਾਵਾਂ ਦੇ ਕੇ ਹਕੂਮਤ ਨੇ ਸ਼ਹੀਦ ਕੀਤਾ ਸੀ। ਸਿੱਖਾਂ ਦੇ ਦਿਲ ਦਹਿਲ ਗਏ ਸੀ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸਿੱਖਾਂ ਦੇ ਚਿਹਰਿਆਂ ਤੇ ਘਬਰਾਹਟ ਵੇਖ ਕਰਕੇ ਬਚਨ ਕਿਹਾ ਸੀ ਕਿ ਜਿਨਨੇ ਸਾਡੇ ਸਤਿਗੁਰੂ ਪਿਤਾ ਨੂੰ ਸ਼ਹੀਦ ਕੀਤਾ ਉਹਦੀ ਨੱਕ ਵਿੱਚ ਨਕੇਲ ਪਾਵਾਂਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਦੋਵੇਂ ਭੁਜਾਵਾਂ ਉੱਪਰ ਨੂੰ ਕਰਕੇ ਗੁਰਤਾ ਗੱਦੀ ਤੇ ਬੈਠਦਿਆਂ 11 ਸਾਲ ਦੀ ਆਯੂ ਵਿੱਚ ਪ੍ਰਤੱਗਿਆ ਕੀਤੀ ਸੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਵੇਖੋ ਉਦਾਸ ਚਿੱਤ ਬੈਠੇ ਐ। ਤੇ ਵਿਧੀ ਚੰਦ ਜੀ ਨੇ ਕਿਹਾ, ਮਹਾਰਾਜ ਆਪ ਇਕੱਲੇ ਬੈਠੇ ਹੋ, ਕੋਈ ਸੇਵਾਦਾਰ ਨਹੀਂ ਹਜੂਰ ਕੋਲ, ਤੇ ਮਹਾਰਾਜ ਸਾਨੂੰ ਹੁਣ ਦੱਸੋ ਕੀ ਆ ਗਿਆ ਸਾਡੇ ਵਾਸਤੇ? ਯੁੱਧ ਤਾਂ ਮਹਾਰਾਜ ਫਤਿਹ ਹੋ ਗਿਆ ਸਤਿਗੁਰੂ ਜੀ, ਸਾਨੂੰ ਕੀ ਆ ਗਿਆ, ਆਪ ਹੁਕਮ ਕਰੋ। ਮਹਾਰਾਜ ਨੂੰ ਹਲੀਮੀ ਨਾਲ ਵਿਧੀ ਚੰਦ ਜੀ ਨੇ ਪੁੱਛਿਆ ਏ, ਜੋ
ਚਿਤ ਚਾਹੈ ਕਰਨ ਹਮਕਾਰਾ। ਮਹਾਰਾਜ ਜੋ ਆਪ ਚਿੱਤ ਵਿੱਚ ਚਾਹੁੰਦੇ ਹੋ ਕਿ ਅਸੀਂ ਉਹ ਕਾਰਾ ਫਿਰ ਕਰਨਾ ਕਰੀਏ, ਉਹ ਕਾਰਜ ਕਰਨਾ ਕਰੀਏ, ਸੋ ਪੁਨਸਾਰ ਭਏ ਤੇ ਹੋਏ। ਮਹਾਰਾਜ ਨੇ ਕਿਹਾ, ਸਤਿਗੁਰੂ ਜੀ ਕਹਿੰਦੇ ਜੋ ਚਿੱਤ ਚਾਹੈ, ਜੋ ਅਸੀਂ ਚਿੱਤ ਵਿੱਚ ਚਾਹੁੰਦੇ ਆ ਨਾ ਕਾਰਜ ਕਰਨਾ ਬਿਧੀ ਚੰਦ ਜੀ, ਉਹ ਤਾਂ ਫਿਰ ਭੁਨਸਾਰ ਜਦੋਂ ਸਵੇਰ ਹੋਵੇਗੀ ਨਾ ਉਦੋਂ ਹੀ ਹੋਊਗਾ। ਹੁਣ ਕਿਉਂਕਿ ਹੁਣ ਤਾਂ ਹਨੇਰਾ ਹੋ ਗਿਆ। ਮਹਾਰਾਜ ਕੀ ਕਾਰਜ ਚਾਹੁੰਦੇ ਆ ਕਿ ਆ ਜਾਣਾ। ਸਤਿਗੁਰੂ ਜੀ ਕਹਿੰਦੇ ਬਿਧੀ ਚੰਦ ਜੀ ਜਿਹੜਾ ਕੰਮ ਅਸੀਂ ਕਰਨਾ ਚਾਹੁੰਦੇ ਆ ਉਹ ਤਾਂ ਸਵੇਰ ਹੋਣ ਤੋਂ ਹੀ ਹੁਣ ਹੋਵੇਗਾ। ਅਬ ਡੇਰੇ ਗਮਨ ਹੋ ਸਭ ਕੋਏ। ਮਹਾਰਾਜ ਕਹਿੰਦੇ ਚਲੋ ਸਿੱਖੋ ਹੁਣ ਡੇਰੇ ਨੂੰ ਪੜਾਅ ਤੇ ਚੱਲਣਾ ਕਰੀਏ, ਸਭ ਕੋਈ ਭਾਈ ਚੱਲੋ। ਉਹ ਸਿੱਖ ਘਾਇਲ ਹੂਰਣ ਬਿਸੈ। ਮਹਾਰਾਜ ਕਹਿੰਦੇ ਨੇ ਬਿਧੀ ਚੰਦ ਜੀ ਖਿਆਲ ਕਰੋ, ਜਿਹੜਾ ਕੋਈ ਸਿੱਖ ਮੈਦਾਨੇ ਜੰਗ ਦੇ ਅੰਦਰ ਜ਼ਖਮੀ ਪਿਆ, ਕਿਉਂਕਿ ਸਾਧ ਸੰਗਤ ਜੀ ਜ਼ਖਮ ਵੀ ਇਹੋ ਜਿਹੇ ਡਾਢੇ ਲੱਗ ਜਾਂਦੇ ਜਦੋਂ ਉੱਠਿਆ ਨਾ ਜਾਂਦਾ, ਤੇ ਉਸ ਰਾਤ ਦੇ ਹਨੇਰੇ ਵਿੱਚ ਵੇਖੋ ਇੰਨਾ ਪਰਖਣਾ ਕਿ ਉਹਨਾਂ ਵਿੱਚ, ਕਿਉਂਕਿ ਕਈ ਵਾਰੀ ਫੱਟ ਇਹੋ ਜਿਹਾ ਲੱਗਾ ਹੁੰਦਾ ਬੇਹੋਸ਼ ਹੋ ਜਾਂਦਾ, ਸਰੀਰ ਕਰਕੇ ਨਹੀਂ ਸੁੱਧ ਰਹਿੰਦੀ ਪਰ ਜਿਉਂਦੇ ਹੋਏ ਹੁੰਦਾ ਸਰੀਰ। ਬਿਧੀ ਚੰਦ ਜੀ ਆਦਿਕ ਸਿੱਖਾਂ ਨੂੰ ਇਹ ਸਾਧ ਸੰਗਤ ਜੀ ਪੂਰਾ ਗਿਆਨ ਹੁੰਦਾ ਸੀ। ਸ਼ਾਹ ਰਗ ਦੇ ਉੱਤੇ ਹੱਥ ਰੱਖਦਿਆਂ ਹੀ ਵੇਖ ਲੈਂਦੇ ਸੀ ਜਿਉਂਦਾ ਕਿ ਮਰ ਗਿਆ, ਵੇਖ ਲੈਂਦੇ ਸੀ। ਸਿੱਖਾਂ ਨੂੰ ਇੰਨਾ ਗਿਆਨ ਸੀ। ਰਾਤ ਦੇ ਹਨੇਰੇ ਵਿੱਚ ਮਸ਼ਾਲਾਂ ਦੇ ਨਾਲ ਮਹਾਰਾਜ ਨੇ ਕਿਹਾ ਚੁਣੋ ਜਿਹੜੇ ਘਾਇਲ ਸਿੱਖ ਪਏ ਆ ਨਾ ਬਿਧੀ ਚੰਦ ਜੀ, ਵੇਖੋ ਉਹਨਾਂ ਨੂੰ ਰਣ ਤੱਤੇ ਵਿੱਚ ਕੋਈ ਘਾਇਲ ਜ਼ਖਮੀ ਸਿੱਖ ਮਿਲ ਜਾਵੇ ਤਾਂ ਕਰੋ ਸੰਭਾਰਨ ਅਨਹੁ ਦਿਸੈ। ਉਹਨੂੰ ਸੰਭਾਲੋ, ਸੰਭਾਲ ਕਰੋ ਤੇ ਲੈ ਆਓ, ਪੜਾ ਤੇ ਚੱਕ ਕਰਕੇ ਡੇਰੇ ਵਿੱਚ ਲੈ ਆਵੋ। ਬਸ ਕਹਿ ਸਤਿਗੁਰ ਨੇ ਹੈ ਲੀਨ। ਇਉਂ ਸਤਿਗੁਰੂ ਜੀ ਕਹਿ ਕੇ ਉੱਠੇ ਗਰੀਬ ਨਿਵਾਜ ਸੱਚੇ ਪਾਤਸ਼ਾਹ। ਸੇਵਾਦਾਰ ਨੇ ਘੋੜਾ ਮਹਾਰਾਜ ਜੀ ਦੇ ਅੱਗੇ ਤੇ ਸਮੇਂ ਪੇਸ਼ ਕੀਤਾ। ਮਹਾਰਾਜ ਘੋੜੇ ਨੂੰ ਪਕੜਿਆ, ਹਜੂਰ ਘੋੜੇ ਤੇ ਅਸਵਾਰ ਹੋਏ। ਸੱਚੇ ਪਾਤਸ਼ਾਹ ਜੀ ਘੋੜੇ ਤੇ ਚੜ ਕੇ ਡੇਰੇ ਵੱਲ ਨੂੰ ਮਹਾਰਾਜ ਚੱਲ ਪਏ ਆ। ਭਏ ਅਰੂੜਨ ਪਿਆਨੋ ਕੀਨ। ਮਹਾਰਾਜ ਅਰੂੜ ਕੇ ਭਾਵ ਘੋੜੇ ਤੇ ਅਸਵਾਰ ਹੋ ਕੇ ਸਤਿਗੁਰੂ ਜੀ ਨੇ ਚੱਲਣਾ ਕੀਤਾ। ਨਿਜ ਡੇਰੇ ਕਹੋ ਚੱਲ ਕਰ ਆਏ। ਮਹਾਰਾਜ ਆਪਣੇ ਡੇਰੇ ਨੂੰ ਚੱਲ ਕਰਕੇ ਆ ਗਏ ਜਿੱਥੇ ਹਜੂਰ ਨੇ ਪੜਾ ਪਾਇਆ ਏ। ਵਿਧੀਏ ਘਾਇਲ ਸਿੱਖ ਉਠਵਾਏ। ਬਿਧੀ ਚੰਦ ਜੀ ਨੇ ਘਾਇਲ ਸਿੱਖਾਂ ਨੂੰ ਉਠਵਾਉਣਾ ਕੀਤਾ। ਫਿਰ ਨਾਲ ਨਾਲ ਸਾਰੇ ਸਿੱਖ ਨੇ ਬਿਧੀ ਚੰਦ ਜੀ ਵੇਖਦੇ ਆਪ ਨਿਰੀਖਣ ਕਰ ਰਹੇ ਆ। ਜਿਹੜਾ ਕੋਈ ਜ਼ਖਮੀ ਪਾ ਰਹੇ ਆ ਸਿੱਖਾਂ ਨੂੰ ਕਹਿੰਦੇ ਭਾਈ ਉਠਾਓ ਇਹਨੂੰ ਲੈ ਚੱਲੋ। ਇਉਂ ਸਾਰਾ ਯੁੱਧ ਵਾਲਾ ਥਾਂ ਫਿਰਨਾ ਕੋਈ ਰਾਤ ਸੌਖਾ, ਇੰਨੀ ਸ੍ਰੀ ਸਾਹਿਬ ਵਾਹੀ ਹੈ। ਮਹਾਰਾਜ ਦੇ ਸਨਮੁਖ ਯੁੱਧ ਕੀਤਾ ਅੱਗੇ ਵੱਧ ਕਰਕੇ, ਕਿੰਨਾ ਥੱਕ ਗਏ ਹੋਣਗੇ ਬਿਧੀ ਚੰਦ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਹਾ ਬਿਧੀ ਚੰਦ ਜੀ ਵੇਖੋ ਖੋਜੋ ਕੋਈ ਜ਼ਖਮੀ ਸਿੱਖ ਹੋਵੇ ਉਹਨੂੰ ਭਾਲੋ। ਤੇ ਮਹਾਰਾਜ ਦੀ ਆਗਿਆ ਵਿੱਚ ਵੇਖੋ ਕਿੰਨਾ ਭਾਵੇਂ ਥਕੇਵਾਂ ਹੋਇਆ ਹੋਵੇਗਾ, ਕਿੰਨਾ ਸਾਧ ਸੰਗਤ ਜੀ ਯੁੱਧ ਕੀਤਾ, ਫੱਟ ਵੀ ਅਕਸਰ ਲੱਗੇ ਹੋਣਗੇ ਨਾ। ਤੇ ਬਿਧੀ ਚੰਦ ਜੀ ਫਿਰ ਮਸ਼ਾਲ ਨੂੰ ਪਕੜ ਕੇ ਵੇਖ ਕੇ ਤੇ ਜਿੱਥੇ ਸ਼ਹੀਦ ਸਿੱਖ ਹੈ ਉਹਨਾਂ ਦੇ ਸਰੀਰ ਵੀ ਜਿਹੜੇ ਆ ਭਾਲ ਰਹੇ ਆ, ਨਿਸ਼ਾਨਦਾਹੀ ਕਰ ਰਹੇ ਆ, ਕਿਉਂਕਿ ਸਵੇਰ ਚੜੀ ਨੂੰ ਸਰੀਰ ਚੁੱਕਣੇ ਆ ਨਾ ਸ਼ਹੀਦ ਸਿੱਖਾਂ ਦੇ ਵੀ। ਇਸ ਕਰਕੇ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਭਾਲ ਕੇ ਬਿਧੀ ਚੰਦ ਜੀ ਉਠਵਾ ਰਹੇ ਆ। ਸਭ ਰਣ ਖੇਤ ਖੋਜ ਕਰ ਅੱਛੀ ਤਰ੍ਹਾਂ ਚੰਗੀ ਤਰ੍ਹਾਂ ਸਾਰਾ ਰਣ ਖੇਤ ਖੋਜਿਆ ਹੈ। ਇੰਨਾ ਕਿੱਡੇ ਵਿਸ਼ਾਲ ਰਣ ਖੇਤ ਹੋਵੇਗਾ ਜਿੱਥੇ ਯੁੱਧ ਹੋਇਆ ਹੈ, ਸਾਰਾ ਹੀ ਉਹ ਰਣ ਖੇਤ ਖੋਜਿਆ ਹੈ। ਬਿਧੀ ਚੰਦ ਜੀ ਨੇ ਲੱਭਿਆ ਚੰਗੀ ਤਰ੍ਹਾਂ। ਸਨੈ ਆਵਤ ਪਾਛੇ। ਹੌਲੀ ਫਿਰ ਪਿੱਛੇ ਆਏ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਵੱਲ ਨੂੰ, ਡੇਰੇ ਵੱਲ ਨੂੰ ਮੁੜੇ ਆ ਬਿਧੀ ਚੰਦ ਜੀ। ਆਏ ਸਿਵਰ ਮਹਿ ਆਨੰਦ ਵਧਾਏ। ਜਦੋਂ ਆਏ ਆ ਡੇਰੇ ਵਿੱਚ ਬਹੁਤ ਸਿੱਖਾਂ ਨੂੰ ਆਨੰਦ ਹੋਇਆ, ਬੜੀ ਖੁਸ਼ੀ ਹੋਈ ਮਹਾਰਾਜ ਦੀ ਫਤਿਹ ਦੀ। ਦੁੰਦਰ ਫਤਿਹ ਢੇਰ ਵਜਵਾਏ। ਦੁੰਦਬ ਜਿਹੜੇ ਨਗਾਰੇ ਆ ਨਾ ਉਹ ਸਾਧ ਸੰਗਤ ਜੀ ਫਤਿਹ ਦੇ ਜਿੱਤ ਦੇ ਨਗਾਰੇ ਤੇ ਸਮੇਂ ਵਜਾ ਦਿੱਤੇ। ਬਿਧੀ ਚੰਦ ਜੀ ਨੇ ਕਿਹਾ ਨਗਾਰਿਆਂ ਤੇ ਚੋਭ ਲਾਓ, ਜਿੱਤ ਦਾ ਸੰਕੇਤ ਦੇਣਾ ਕਰੋ। ਸਭ ਕੀ ਕਰੀ ਸੰਭਾਰਨ ਡੇਰੇ। ਸਾਰੇ ਜ਼ਖਮੀਆਂ ਦੀ ਫਿਰ ਸੰਭਾਲ ਵੀ ਡੇਰੇ ਵਿੱਚ ਕਰਵਾਉਣਾ ਕੀਤੀ। ਜਿਹੜੇ ਡੇਰੇ ਵਿੱਚ ਸੇਵਾਦਾਰ ਨੇ ਉਹ ਜ਼ਖਮੀਆਂ ਦੀ ਸੰਭਾਲ ਵਿੱਚ ਲੱਗ ਗਏ ਆ। ਖਾਨ ਪਾਨ ਕੋ ਦੀਨ ਕਨੇਰੇ। ਲੰਗਰ ਪ੍ਰਸ਼ਾਦ ਛਕਣ ਵਾਸਤੇ ਸਭ ਨੂੰ ਦੇਣਾ ਕੀਤਾ। ਭਏ ਨਿਚਿੰਤ ਸ਼ਤਰਗਨ ਮਾਰੇ। ਨਿਚਿੰਤ ਹੋ ਗਏ ਬਹੁਤ ਦੁਸ਼ਮਣਾਂ ਦਾ ਮਾਰ ਕਰਕੇ।
ਜ਼ਾਲਮਾਂ ਦਾ ਨਾਸ਼ ਕਰਕੇ ਸਿੱਖ ਜਿਹੜੇ ਆ ਉਹ ਚਿੰਤਾ ਤੋਂ ਰਹਿਤ ਹੋਏ ਆ। ਸੁਪਤ ਜਥਾ ਸੁਖ ਭੇ ਤਬ ਸਾਰੇ। ਤੇ ਸਾਧ ਸੰਗਤ ਜੀ ਸੁਖ ਦੇ ਸਹਿਤ ਤੇ ਸਮੇਂ ਆਰਾਮ ਸਭ ਨੇ ਕਰਨਾ ਕੀਤਾ। ਪਾਸ਼ਲ ਨਿਸ਼ਾ ਉਠੇ ਗੁਣ ਖਾਨੀ। ਗੁਣਾਂ ਦੀ ਖਾਣ ਸਤਿਗੁਰੂ ਜੀ ਪਿਛਲੀ ਰਾਤ ਜਾਗ ਪਏ। ਵੇਖੋ ਕਿੰਨਾ ਯੁੱਧ ਕੀਤਾ, ਫਿਰ ਪਿਛਲੀ ਰਾਤ ਮਹਾਰਾਜ ਫਿਰ ਜਾਗ ਪਏ ਅੰਮ੍ਰਿਤ ਵੇਲੇ। ਤੁਸੀਂ ਵੇਖੋ ਕਿ ਜਦੋਂ ਮਹਾਰਾਜ ਕਹਿ ਆਏ ਹੋਣਗੇ ਵੀ ਜ਼ਖਮੀਆਂ ਦੀ ਖੋਜ ਕਰ ਲਓ, ਤੇ 2-4 ਘੰਟੇ ਤਾਂ ਲੱਗੇ ਹੀ ਹੋਣਗੇ ਨਾ ਇੱਥੇ ਮੈਦਾਨੇ ਜੰਗ ਨੂੰ ਫਿਰਦਿਆਂ, ਤਾਂ 12 ਤਾਂ ਰਾਤ ਦੇ ਵੱਜੇ ਹੀ ਹੋਣਗੇ, ਤੇ ਉਧਰੋਂ 2 ਵਜੇ ਫਿਰ ਉੱਠਣ ਦਾ ਸਮਾਂ ਹੋ ਗਿਆ। ਤੇ ਆਪਾਂ ਕਿੰਨਾ ਕੰਮ ਕਰਕੇ ਆਈਏ, ਤੇ ਫਿਰ ਕਹਿੰਦੇ ਅੰਮ੍ਰਿਤ ਵੇਲਾ ਨਾ, ਸਾਰਾ ਦਿਨ ਮੈਂ ਥੱਕ ਗਿਆ, ਹੁਣ ਨਹੀਂ ਮੇਰੇ ਕੋਲ ਉੱਠਿਆ ਜਾ ਸਕਦਾ। ਯੁੱਧ ਕਰਨਾ 2.5 ਮਿੰਟ ਦੀ ਸਾਧ ਸੰਗਤ ਜੀ ਉਵੇਂ ਹੀ ਫਾਈਟ ਕਰਾ ਦੋ ਤੇ ਜੀਭ ਬਾਹਰ ਆ ਜਾਂਦੀ ਹੈ। ਸਾਰਾ ਦਿਨ ਯੁੱਧ ਕਰਨਾ, ਇਹ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਜੀ ਇਹੋ ਜਿਹੇ ਨਿਯਮ ਆਪ ਦੇ ਸਿੱਖਾਂ ਨੂੰ ਬਖਸ਼ੇ ਹੈ। ਪਿਛਲੀ ਰਾਤ ਮਹਾਰਾਜ ਅੰਮ੍ਰਿਤ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਜਾਗ ਪਏ ਆ ਗਰੀਬ ਨਵਾਜ। ਨਿਤ ਕੀ ਸੋਚ ਸਕਲ ਤਬ ਠਾਨੀ। ਨਿਤ ਦੀ ਸੋਚ, ਸੁੱਚ ਪਵਿੱਤਰਤਾ ਕਿਰਿਆ ਜਿਹੜੀ ਸੀ ਮਹਾਰਾਜ ਨੇ ਨਿਤ ਦੀ ਕਿਰਿਆ ਉਹ ਕਰਨਾ ਕੀਤੀ। ਕਰ ਮੱਜਨ ਸੁਖ ਧਿਆਨ ਲਗਾਇਓ। ਮਹਾਰਾਜ ਜੀ ਨੇ ਮੱਜਨ ਇਸ਼ਨਾਨ ਕੀਤਾ, ਹਜੂਰ ਚੌਂਕੜਾ ਲਾ ਕੇ ਬਹਿ ਗਏ ਤੇ ਮਹਾਰਾਜ ਨੇ ਆਪਣੇ ਸੁਖ ਸਰੂਪ ਦਾ ਧਿਆਨ ਲਾ ਲਿਆ। ਗਰੀਬ ਨਵਾਜ ਨੇ ਨੇਤਰ ਮੂੰਦ ਲਏ। ਸੱਚੇ ਪਾਤਸ਼ਾਹ ਜੀ ਨੇ ਆਪਣੇ ਹੀ ਨਿਜ ਸਰੂਪ ਵਿੱਚ ਸੱਚੇ ਪਾਤਸ਼ਾਹ ਜੀ ਲੀਨ ਹੋ ਗਏ। ਪ੍ਰਾਚੀ ਦਿਸ਼ ਪ੍ਰਕਾਸ਼ ਹੋਏ ਆਇਓ। ਜਦੋਂ ਪੂਰਬ ਦੀ ਦਿਸ਼ਾ ਵੱਲ ਪ੍ਰਕਾਸ਼ ਹੋ ਆਇਆ, ਭਾਵ ਪੂਰਬ ਤੋਂ ਜਦੋਂ ਸੂਰਜ ਉਦੇ ਹੋਇਆ ਆਪਣੀ ਆਭਾ ਲੈ ਕਰਕੇ, ਸਭਨ ਇਸ਼ਨਾਨ ਕੀਨ ਜਿਸ ਕਾਲ। ਤੇ ਸਾਧ ਸੰਗਤ ਜੀ ਸਭ ਨੇ ਹੀ ਅੰਮ੍ਰਿਤ ਵੇਲਾ ਜਾਣ ਕੇ ਇਸ਼ਨਾਨ ਸੁਧੇ ਆਏ। ਭਏ ਅਰੂਡਨ ਗੁਰੂ ਕਿਰਪਾਲ। ਕਿਰਪਾਲੂ ਸਤਿਗੁਰੂ ਜੀ ਜਦੋਂ ਸੂਰਜ ਚੜ੍ਹਿਆ ਤੇ ਹਜੂਰ ਦੇ ਮਸਤਕ ਤੇ ਕਿਰਨਾਂ ਪਈਆਂ ਨਾ ਜਦੋਂ ਸੂਰਜ ਦੀਆਂ, ਸੱਚੇ ਪਾਤਸ਼ਾਹ ਜੀ ਦੀ ਸਮਾਧ ਛੁੱਟੀ ਹੈ। ਮਹਾਰਾਜ ਜੀ ਆਪਣੇ ਨੇਤਰ ਖੋਲੇ ਆ। ਸੱਚੇ ਪਾਤਸ਼ਾਹ ਜੀ ਨੇ ਗਰੀਬ ਨਵਾਜ ਸਤਿਗੁਰੂ ਜੀ ਦੇ ਆਲੇ ਦੁਆਲੇ ਸਿੱਖ ਖੜੇ ਆ, ਹੱਥ ਜੋੜ ਕੇ ਹਲੀਮੀ ਨਾਲ ਸਿਰ ਝੁਕਾਈ ਖੜੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਉੱਠ ਖਲੋਤੇ ਆ। ਗਰੀਬ ਨਵਾਜ ਜੀ ਸਿੱਖਾਂ ਨੇ ਨਮਸਕਾਰਾਂ ਕੀਤੀਆਂ। ਸਤਿਗੁਰੂ ਜੀ ਚੌਂਕੜਾ ਛੱਡ ਕੇ ਉੱਠ ਪਏ ਆ। ਵਿਧੀ ਚੰਦ ਕੋ ਲੇਕਰ ਸੰਗ। ਮਹਾਰਾਜ ਫਿਰ ਘੋੜੇ ਤੇ ਸਵਾਰ ਹੋਏ। ਸੱਚੇ ਪਾਤਸ਼ਾਹ ਜੀ ਵਿਧੀ ਚੰਦ ਜੀ ਨੂੰ ਨਾਲ ਲੈ ਕਰਕੇ ਦੇਖੀ ਜਾਏ ਭੂਮਿਕਾ ਜੰਗ। ਯੁੱਧ ਵਾਲੀ ਭੂਮਿਕਾ ਮਹਾਰਾਜ ਨੇ ਫਿਰ ਵੇਖੀ ਜਾ ਕੇ। ਸੱਚੇ ਪਾਤਸ਼ਾਹ ਜੀ ਚੜ ਕੇ ਆਏ ਘੋੜੇ ਤੇ। ਹਜੂਰ ਵੇਖ ਰਹੇ ਆਪਣੇ ਨੇਤਰਾਂ ਨਾਲ ਕਿ ਸਾਡਾ ਕਿਹੜਾ ਕਿਹੜਾ ਸਿੱਖ ਸ਼ਹੀਦ ਹੋਇਆ ਏ। ਮਹਾਰਾਜ ਸੱਚੇ ਪਾਤਸ਼ਾਹ ਨੇ ਰਣ ਤੱਤੇ ਨੂੰ ਆਪ ਆ ਕੇ ਵੇਖਿਆ। ਹੁਣ ਸੂਰਜ ਚੜ ਆਇਆ, ਲੋ ਹੈ, 4 ਚਫੇਰੇ ਦਿਸ ਰਿਹਾ ਏ। ਤੁਰਕ ਸਹਸਰ ਚਤੁਰਦਸ ਮਰੇ। ਸਾਧ ਸੰਗਤ ਜੀ 14,000 ਤੁਰਕਾਂ ਦੀ ਸੈਨਾ ਖਪਾ ਦਿੱਤੀ ਗੁਰੂ ਮਹਾਰਾਜ ਜੀ ਨੇ। ਤੇਗ ਦੀ ਧਾਰ ਲੰਘਾ ਦਿੱਤੇ 14,000 ਤੁਰਕ। ਇਹ ਕਹਿਣ ਨੂੰ ਸਾਧ ਸੰਗਤ ਜੀ ਸੌਖਾ ਏ, ਪਰ ਜਦੋਂ ਯੁੱਧ ਕਰਨ ਕੋਈ ਚੜ ਕੇ ਆਵੇ ਫਿਰ ਪਤਾ ਚੱਲਦਾ ਕਿ ਕੀ ਭਾਵ ਵਿਖਦੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖਪਾ ਦਿੱਤੀ ਹੈ ਤੁਰਕਾਂ ਦੀ 14,000 ਸੈਨਾ। ਕੇਤਕ ਸਿੱਖ ਬੀਚ ਤਨ ਪਰੇ। ਕਿੰਨੇ ਕੁ ਸਿੱਖ ਵੀ ਉਹਨਾਂ ਤੁਰਕਾਂ ਦੀਆਂ ਲੋਥਾਂ ਵਿੱਚ ਸ਼ਹੀਦ ਹੋਏ ਪਏ ਆ। ਕਹਿ ਸਤਿਗੁਰੂ ਨੇ ਗਰਤ ਖਨਾਵਾ। ਸਤਿਗੁਰੂ ਜੀ ਨੇ ਕਹਿ ਕੇ ਕਿ ਵਿਧੀ ਚੰਦ ਜੀ ਟੋਆ ਪਟਵਾਓ ਵੱਡਾ ਸਾਰਾ। ਮਹਾਰਾਜ ਜੀ ਨੇ ਕਹਿ ਕੇ ਟੋਆ ਪਟਵਾਇਆ ਏ। ਅਬਦੁਲ ਖਾਨ ਉਠਾਏ ਪਵਾਵਾ। ਵੇਖੋ ਮਹਾਰਾਜ ਧੰਨ ਸਤਿਗੁਰੂ ਜੀ। ਸਾਧ ਸੰਗਤ ਜੀ ਦੁਸ਼ਮਣ ਦੀਆਂ ਮਾਫ ਕਰਨਾ ਸਮਾਂ ਨਹੀਂ ਆਗਿਆ ਦਿੰਦਾ। ਸੋ ਜਰਨਲ ਸਬੇਗ ਸਿੰਘ ਜੀ ਦੇ ਸਰੀਰ ਨੂੰ ਬਾਹਰ ਕੱਢ ਕੇ ਠੁੱਡੇ ਮਾਰੇ ਗਏ ਸੀ। ਬਹੁਤ ਜ਼ਿਆਦਾ ਥੁੱਕਿਆ ਤੱਕ ਗਿਆ ਸੀ। ਉਹਨਾਂ ਦੇ ਸਰੀਰ ਦੀ ਏਡੀ ਬੇਅਦਬੀ ਕੀਤੀ ਗਈ ਸੀਗੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਸਾਨੂੰ ਜਾਚ ਸਿਖਾਈ ਹੈ। ਅਸੀਂ ਜਿਹੜਾ ਸਾਧ ਸੰਗਤ ਜੀ ਅਖਲਾਕ ਤੋਂ ਗਿਰਿਆ ਕੰਮ ਸਿੱਖ ਕਦੇ ਵੀ ਨਹੀਂ ਕਰਦਾ, ਭਾਵੇਂ ਜਿੱਤਿਆ ਵੀ ਹੋਵੇ। ਤੇ ਮਹਾਰਾਜ ਸਾਹਿਬ ਜੀ ਨੇ ਅਬਦੁਲ ਖਾਨ ਦਾ ਵੱਡਾ ਸੀ ਨਾ ਸੈਨਾਪਤੀ, ਹਜੂਰ ਨੇ ਕਿਹਾ ਇਹਦਾ ਸਰੀਰ ਚੁੱਕੋ। ਇਹਦਾ ਸੀਸ ਲੱਥਾ ਹੋਇਆ ਮਹਾਰਾਜ ਨੇ ਉਠਵਾਇਆ ਏ। ਕੋਨ ਤਿਸਕੇ ਸੁਤ ਖੋਜ ਉਠਾਏ। ਮਹਾਰਾਜ ਕਹਿੰਦੇ ਇਹਦੇ ਪੁੱਤਰ ਵੀ ਲੱਭੋ ਦੋਵੇਂ, ਉਹ ਵੀ ਸੈਨਾਪਤੀ ਸੀਗੇ, ਕਰੀਮ ਬਖਸ਼ ਤੇ ਨਬੀ ਬਖਸ਼। ਮਹਾਰਾਜ ਕਹਿੰਦੇ ਇਹਦੇ ਪੁੱਤਰ ਵੀ ਲੱਭੋ। ਹਜੂਰ ਨੇ ਉਹਨਾਂ ਦੇ ਵੀ ਸਰੀਰ ਉਠਵਾਏ ਆ। ਕਿਸੀ ਗਰਤ ਮਹਿਆਨ ਸੁਪਾਏ। ਮੁਸਲਮਾਨ ਦੱਬਦੇ ਆ ਨਾ, ਮਹਾਰਾਜ ਨੇ ਦਫਨਾਤ ਤੇ ਫਿਰ ਉੱਥੇ
ਸਤਿਗੁਰੂ ਜੀ ਨੇ ਉਸ ਟੋਵੇ ਵਿੱਚ ਪਵਾਏ ਆ ਉਹਨਾਂ ਦੇ ਸਰੀਰ। ਉਨ ਪੰਚੋ ਸਰਦਾਰ ਅਨਾਏ। ਫਿਰ ਮਹਾਰਾਜ ਨੇ 5 ਸੈਨਾਪਤੀ ਸੀਗੇ ਇਹਦੇ ਥਾਪੇ ਹੋਏ ਅਬਦੁਲ ਖਾਨ ਦੇ, ਉਹਨਾਂ ਦੇ ਵੀ ਹਜੂਰ ਨੇ ਸਰੀਰ ਉਠਵਾਏ ਆ। ਆਏ ਗਰਤ ਮਹਿ ਸਭ ਦਫਨਾਏ। ਗਰਤ ਟੋਏ ਵਿੱਚ ਪਾ ਕੇ ਮਹਾਰਾਜ ਨੇ ਸਭ ਨੂੰ ਦਫਨਾ ਦਿੱਤਾ। ਇਹ ਜਰਨੈਲਾਂ ਦੇ ਸਰੀਰਾਂ ਦਾ ਵੀ ਸਤਿਕਾਰ ਮਹਾਰਾਜ ਜੀ ਨੇ ਵੇਖੋ ਕੀਤਾ ਹੈ। ਇਥੋਂ ਪਤਾ ਲੱਗਦਾ ਹੈ ਕਿ ਸਿੱਖ ਕੌਮ ਕਿਹੋ ਜੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇੱਥੇ ਥੜਾ ਬਣਾਉਂਦੇ, ਜਿੱਥੇ ਅੱਜ ਗੁਰਦੁਆਰਾ ਸਾਹਿਬ ਹੈ ਨਾ, ਇੱਥੇ ਹੀ ਮਹਾਰਾਜ ਥੜਾ ਬਣਾਉਂਦੇ ਆ ਸਤਿਗੁਰੂ ਜੀ। ਜਿਵੇਂ ਮਹਾਰਾਜ ਕੀਰਤਨ ਕਰਨਗੇ ਸੱਚੇ ਪਾਤਸ਼ਾਹ ਜੀ ਤੇ ਆਸਾ ਦੀ ਵਾਰ ਦਾ ਉੱਥੇ ਕੀਰਤਨ ਹੋਵੇਗਾ, ਉਹ ਕੱਲ ਨੂੰ ਅੱਗੇ ਕਥਾ ਆਵੇਗੀ, ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਉਨ ਪੰਚੋ ਸਰਦਾਰ ਅਨਾਏ। ਪਾਏ ਗਰਤ ਮਹਿ ਸਭ ਦਫਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।